हेलो स्टूडेंट्स, हाउ आर यू ऑल। हाँ जी बेटा ਅਸੀਂ ਚੈਪਟਰ ਕਰ ਰਹੇ ਸੀ 10th ਚੈਪਟਰ ਤੁਹਾਡਾ ਲਾਈਟ, ਯਾਨੀ ਉਹਦੇ ਅੰਡਰ ਅਸੀਂ ਕਰ ਰਹੇ ਸੀ ਰਿਫਲੈਕਸ਼ਨ ਐਂਡ ਰਿਫਰੈਕਸ਼ਨ ਚੈਪਟਰ। ਠੀਕ ਹੈ, ਬਟ ਜਿਹੜਾ ਮੇਨ ਟੌਪਿਕ ਅਸੀਂ ਸਟਾਰਟ ਕੀਤਾ ਉਹ ਕੀਤਾ ਕਿ ਰਿਫਲੈਕਸ਼ਨ ਯਾਨੀ ਪ੍ਰਕਾਸ਼ ਦਾ ਪਰਾਵਰਤਨ ਕੀਤਾ ਅਤੇ ਉਹਦੇ ਨਾਲ ਹੀ ਅਸੀਂ ਮਿਰਰਸ ਪੜ੍ਹ ਰਹੇ ਸੀਗੇ। ठीक है, ਹੁਣ तक ਅਸੀਂ ਪ੍ਰਕਾਸ਼ ਦੇ ਪ੍ਰਵਰਤਨ ਬਾਰੇ ਸਿੱਖਿਆ ਕਿ ਬੈਂਡਿੰਗ ਆਫ ਲਾਈਟ ਹੁੰਦੀ ਹੈ, ਪ੍ਰਕਾਸ਼ ਕਿਵੇਂ ਉਸੇ ਮਾਧਿਅਮ 'ਚ ਵਾਪਸ ਚਲਾ ਜਾਂਦਾ ਸੇਮ ਮੀਡੀਅਮ ਦੇ ਵਿੱਚ ਆਫਟਰ ਸਟਰਾਈਕਿੰਗ ਔਨ ਏ ਸ਼ਾਈਨਿੰਗ ਸਰਫੇਸ। ਠੀਕ ਹੈ, ਫਿਰ ਆਪਾਂ ਮਿਰਰਸ ਪੜ੍ਹੇ ਕਿ ਇੱਕ ਪਲੇਨ ਮਿਰਰ ਹੁੰਦਾ ਹੈ, ਫਿਰ ਸਫੈਰੀਕਲ ਮਿਰਰਸ ਪੜ੍ਹੇ ਕਿ ਜਿਹੜੇ ਦੋ ਤਰ੍ਹਾਂ ਦੇ ਨੇ, ਗੋਲਾਕਾਰ ਯਾਨੀ ਸਫੈਰੀਕਲ ਮਿਰਰਸ ਨੇ, ਯਾਨੀ ਉਹਦੇ ਅੰਡਰ ਆਉਂਦੇ ਸੀ ਕਨਕੇਵ ਐਂਡ ਕੌਨਵੈਕਸ ਮਿਰਰ। ਠੀਕ ਹੈ, ਸੋ ਉਸ ਤੋਂ ਬਾਅਦ ਅਸੀਂ ਕੁਝ ਰੂਲਸ ਪੜ੍ਹੇ ਜੋ ਅਸੀਂ ਪਾਰਟ 3 'ਚ ਕੀਤੇ ਸੀਗੇ, ਕੁਝ ਰੇਜ਼ ਕਿਵੇਂ ਆਉਂਦੀਆਂ ਨੇ ਸਫੈਰੀਕਲ ਮਿਰਰਸ ਤੋਂ ਕਿਵੇਂ ਟਕਰਾ ਕੇ ਵਾਪਸ ਜਾਂਦੀਆਂ ਨੇ। ਠੀਕ ਹੈ, ਅਤੇ ਪਾਰਟ 4 ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਜਿਹੜਾ ਸਾਡਾ ਅਵਤਲ ਦਰਪਣ ਹੈ ਯਾਨੀ ਜੋ ਸਾਡਾ ਕੌਨਕੇਵ ਮਿਰਰ ਹੈ ਉਹਦੇ ਬਾਰੇ ਅਸੀਂ ਦੇਖਿਆ ਸੀਗਾ ਕਿ ਉਹਦੀ ਵੱਖ-ਵੱਖ ਜਿਹੜੀ ਪੋਜੀਸ਼ਨਸ ਨੇ ਕਿ ਆਬਜੈਕਟ ਜਿਹੜੀ ਯਾਨੀ ਵਸਤੂ ਜਿਹੜੀ ਆ ਅਗਰ ਅਨੰਤ ਯਾਨੀ ਇਨਫਿਨਿਟੀ 'ਤੇ ਹੋਵੇ ਯਾਨੀ ਵਕਰ ਦਾ ਕੇਂਦਰ ਯਾਨੀ ਕਰਵੇਚਰ ਆਫ ਸੈਂਟਰ ਆਫ ਕਰਵੇਚਰ ਤੋਂ ਅਗਰ ਪਰੇ ਆ ਜਾਂ ਸੈਂਟਰ ਆਫ ਕਰਵੇਚਰ ਦੇ ਉੱਤੇ ਆ ਜਾਂ ਐਟ ਐਫ ਆ ਫੋਕਸ ਆ ਔਰ ਬਿਟਵੀਨ ਐਫ ਐਂਡ ਪੀ ਆ। ਸੋ ਅਸੀਂ ਇਸ ਤਰ੍ਹਾਂ 6 ਕੇਸਿਸ ਕਰ ਰਹੇ ਸੀ ਅਤੇ ਉਹਦੇ ਹਰ ਕੇਸ ਦੇ ਨਾਲ ਰਿਲੇਟਿਡ ਤੁਹਾਨੂੰ ਮੈਂ ਇਮੇਜਿਸ ਦੇ ਕਰੈਕਟਰਿਸਟਿਕਸ ਯਾਨੀ ਪ੍ਰਤੀਬਿੰਬ ਦੇ ਗੁਣ ਵੀ ਨੋਟ ਕਰਵਾਏ ਸੀਗੇ। ਠੀਕ ਹੈ, ਹੁਣ ਸਾਡਾ ਨੈਕਸਟ ਟੌਪਿਕ ਆਉਂਦਾ ਹੈ ਸੇਮ ਟੌਪਿਕ ਦੇ ਅੰਡਰ ਹੀ। ਸੋ ਅੱਜ ਅਸੀਂ ਜਿਹੜਾ ਕਰਾਂਗੇ ਉਹ ਕਰਾਂਗੇ ਜੀ ਇਮੇਜਿਸ ਫੋਰਮਡ ਬਾਏ ਕਨਵੈਕਸ ਮਿਰਰ। ਠੀਕ ਹੈ, ਅਸੀਂ ਉਸ ਦਿਨ ਅਵਤਲ ਕਰ ਲਿਆ ਸੀਗਾ, ਹੁਣ ਅਸੀਂ ਕਰਾਂਗੇ ਕਨਵੈਕਸ ਮਿਰਰ ਦੇ ਬਾਰੇ। ਠੀਕ ਹੈ, ਸੋ ਉੱਤਲ ਦਰਪਣ ਦੁਆਰਾ ਬਣੇ ਪ੍ਰਤੀਬਿੰਬ ਦੇ ਗੁਣ ਨੇ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ। ਸੋ ਸਟਾਰਟ ਕਰਦੇ ਹਾਂ। ਸੋ ਇਮੇਜਿਸ ਫਾਰਮ ਬਾਈ ਕਨਵੈਕਸ ਮਿਰਰ ਯਾਨੀ ਉੱਤਲ ਦਰਪਣ ਦੁਆਰਾ ਵਸਤੂ ਦੀਆਂ ਵੱਖ-ਵੱਖ ਸਥਿਤੀਆਂ ਲਈ ਬਣੇ ਪ੍ਰਤੀਬਿੰਬ ਦੇ ਗੁਣ। ਕਲੀਅਰ, ਚਲੋ ਪਹਿਲਾ ਕੇਸ ਕਰਦੇ ਹਾਂ। ਸੋ ਅਸੀਂ ਅਗਰ ਇਹਦਾ ਪਹਿਲਾ ਕੇਸ ਕਰਦੇ ਹਾਂ ਅਤੇ ਦੇਖੋ ਕੇਸ ਏ। ਠੀਕ ਹੈ, ਧਿਆਨ ਨਾਲ ਅੰਡਰਸਟੈਂਡ ਕਰਨਾ। ਹੁਣ ਸਾਨੂੰ ਪਤਾ ਉੱਤਲ ਦਰਪਣ ਕੁਝ ਇਸ ਤਰੀਕੇ ਦਾ ਬੇਟਾ। ਠੀਕ ਹੈ, ਮਤਲਬ ਅਗਰ ਮੈਂ ਪਿੱਛੇ ਡਰਾ ਕਰਾਂ ਜਸਟ ਯੈਸ, ਉੱਤਲ ਦਰਪਣ ਕੁਛ ਇਸ ਤਰੀਕੇ ਦਾ ਔਰ ਬੈਕ ਸਾਈਡ 'ਤੇ ਪੋਲਿਸ਼ ਐਸਾ ਔਰ ਇਨਵਰਡ ਜਿਹੜਾ ਦਾ ਸ਼ਾਈਨਿੰਗ ਸਰਫੇਸ ਆ ਊੜਾ ਯਾਨੀ ਉੱਭਰਿਆ। ਠੀਕ ਹੈ, ਸੋ ਇਹ ਉੱਭਰਿਆ ਹੈ ਯਾਨੀ ਕਨਵੈਕਸ ਮਿਰਰ ਆ। ਸੋ ਕਨਵੈਕਸ ਮਿਰਰ ਊੜਾ ਉੱਤਲਾ ਔਰ ਉੱਭਰਿਆ ਹੋਇਆ ਹੈ। ਕਲੀਅਰ, ਚਲੋ ਹੁਣ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ। ਮੈਂ ਤੁਹਾਨੂੰ ਦੱਸਿਆ ਸੀਗਾ M1 M2 ਜਿਹੜਾ ਉਹ ਦੁਆਰਕ ਹੈ, ਅਪਰਚਰ ਆ ਜਿਹੜੀ ਸੈਂਟਰ 'ਚੋਂ ਲਾਈਨ ਲੰਘਦੀ ਜਿਹੜਾ ਇੱਥੇ ਦਾ ਪੋਲ ਹੁੰਦਾ ਆ। ਠੀਕ ਹੈ, ਸੋ ਦਿਸ ਇਜ਼ ਪੋਲ। ਠੀਕ ਹੈ, ਦਿਸ ਵਨ ਇਜ਼ ਪੋਲ ਜਿਹੜਾ ਇੱਥੋਂ ਇਹ ਵਾਲਾ ਪੋਲ ਆ ਬੇਟਾ, ਇਹ ਵਾਲਾ ਪੋਲ ਹੈ ਸੈਂਟਰ। ਠੀਕ ਹੈ, ਇਸ ਪੂਰੇ ਦਰਪਣ ਦਾ ਜਿਹੜਾ ਵੀ ਆਪਾਂ ਲਿਆ ਅਪਰਚਰ। ਸੋ ਇਹਦੇ ਵਿੱਚੋਂ ਅਤੇ ਸੀ ਅਤੇ ਪੀ ਨੂੰ ਜਿਹੜੀ ਲਾਈਨ ਜੁਆਇਨ ਕਰਦੀ ਆ ਜਿਹੜੀ ਇਮੈਜੀਨਰੀ ਲਾਈਨ ਹੁੰਦੀ ਆ ਅਸੀਂ ਉਹਨੂੰ ਕੀ ਬੋਲਦੇ ਆ, ਦਿਸ ਵਨ ਇਜ਼ ਮੁੱਖ ਧੁਰਾ ਯਾਨੀ ਪ੍ਰਿੰਸੀਪਲ ਐਕਸਿਸ। ਸੋ ਇਹ ਨੀਚੇ ਲਿਖਿਆ ਮੈਂ ਪ੍ਰਿੰਸੀਪਲ ਐਕਸਿਸ, ਬਾਰ-ਬਾਰ ਅਸੀਂ ਇਹੀ ਰੀਡ ਕਰਦੇ ਹਾਂ। ਸੋ ਅਸੀਂ ਪਹਿਲਾ ਕੇਸ ਕਰਦੇ ਹਾਂ ਜਦੋਂ ਵਸਤੂ ਅਨੰਤ 'ਤੇ ਹੋਵੇ ਯਾਨੀ ਵੈਨ ਆਬਜੈਕਟ ਇਜ਼ ਐਟ ਇਨਫਿਨਿਟੀ, ਜਦੋਂ ਵਸਤੂ ਬਹੁਤ ਦੂਰ ਹੈ। ਜਿਵੇਂ ਸੂਰਜ ਦੀ ਆਪਾਂ ਐਗਜ਼ਾਮਪਲ ਲਈ ਸੀ ਪਿਛਲੇ ਕੇਸ ਦੇ ਵਿੱਚ ਵੀ। ਸੋ ਅਸੀਂ ਗੱਲ ਕਰਦੇ ਹਾਂ ਮੁੱਖ ਉਦੋਂ ਰੇਜ਼ ਜਿਹੜੀਆਂ ਆਉਂਦੀਆਂ ਨੇ ਪੈਰਲਲ ਆਉਂਦੀਆਂ ਨੇ ਆਲਮੋਸਟ। ਠੀਕ ਹੈ, ਸੋ ਇੱਥੋਂ ਆਈ ਰੇ ਜਿਹੜੀ ਕਿ ਮੁੱਖ ਧੁਰੇ ਦੇ ਪੈਰਲਲ। ਠੀਕ ਹੈ, ਜਸਟ ਵੇਟ ਬੇਟਾ। ਯੈਸ, ਦੇਖੋ ਜਦੋਂ ਰੇ ਪੈਰਲਲ ਹੁੰਦੀ ਆ, ਐਰੋਜ਼ ਬਣਾਉਣੇ ਬਹੁਤ ਜ਼ਰੂਰੀ ਹੁੰਦੇ। ਜਦੋਂ ਰੇ ਪੈਰਲਲ ਹੁੰਦੀ ਆ ਅਤੇ ਤੁਹਾਨੂੰ ਆਲਰੇਡੀ ਦੱਸਿਆ ਗਿਆ ਸੀਗਾ ਕਿ ਜਿਹੜੀ ਵੀ ਮੁੱਖ ਧੁਰੇ ਦੇ ਪੈਰਲਲ ਰੇਜ਼ ਹੁੰਦੀਆਂ ਨੇ, ਜਿਹੜੀ ਸਮਾਨਾਂਤਰ ਰੇਜ਼ ਹੁੰਦੀਆਂ ਨੇ ਹਮੇਸ਼ਾ ਫੋਕਸ 'ਚ ਪਾਸ ਕਰਦੀਆਂ ਨੇ। ਹੁਣ ਇਹਦਾ ਫੋਕਸ ਪਿੱਛੇ ਆ ਦਰਪਣ ਦੇ, ਬਟ ਪਾਸ ਤੇ ਉਹਨੇ ਉਸੇ ਰੂਲ ਦੇ ਅਕੋਰਡਿੰਗ ਕਰਨਾ। ਠੀਕ ਹੈ, ਹੁਣ ਮਿਰਰ ਤੋਂ ਸਾਨੂੰ ਇਮੇਜਿਸ ਉਸ ਤਰ੍ਹਾਂ ਦਿਖਦੀਆਂ ਨੇ, ਪਰ ਅਗਰ ਅਸੀਂ ਪੇਪਰ 'ਤੇ ਡਰਾ ਕਰਨਾ ਹੋਵੇ ਤਾਂ ਸਾਨੂੰ ਕਿਵੇਂ ਸਮਝ ਆਏਗਾ ਕਿ ਅਗਰ ਇਹ ਰੇ ਕੁਝ ਇਸ ਤਰ੍ਹਾਂ ਬੈਂਡ ਹੁੰਦੀ ਆ, ਕੁਝ ਇਸ ਤਰ੍ਹਾਂ ਬੈਂਡ ਹੁੰਦੀ ਆ, ਉੱਧਰ ਨੂੰ ਚਲੇ ਜਾਂਦੀ ਆ ਕਿ ਅਸਲ 'ਚ ਅਗਰ ਫੋਕਸ ਹੀ ਪਾਸ ਕਰਦੀ ਹੋਵੇ ਜਿਵੇਂ। ਕਲੀਅਰ, ਸੋ ਅਸੀਂ ਪਿੱਛੇ ਹਮੇਸ਼ਾ ਡਾਟਡ ਲਾਈਨਸ ਨਾਲ ਸ਼ੋ ਕਰਦੇ ਹਾਂ ਪੇਪਰ ਦੇ ਉੱਤੇ ਅਤੇ ਇਹ ਰੇ ਇਸ ਤਰ੍ਹਾਂ ਜਾਏਗੀ। ਅਗਰ ਮੈਂ ਇਹਨੂੰ ਪਿੱਛੇ ਨੂੰ ਐਕਸਟੈਂਡ ਕਰਾਂ ਅਤੇ ਅੰਡਰਸਟੈਂਡ ਕਰਨ ਲਈ। ਠੀਕ ਹੈ, ਅਤੇ ਦੇਖੋ ਇਸ ਪੁਆਇੰਟ 'ਤੇ ਮੀਟ ਕਰ ਰਹੇ ਨੇ। ਸੋ ਉਹ ਪੁਆਇੰਟ ਕੀ ਹੈ, ਐਫ।
क्लीयर क्लीयर होया। सो जो रेज़ अनंत तो आ रही ने, ठीक है, जो किरणां अनंत तो आउंदियां ने ते उदों कित्थे मीट करदियां ने, हमेशा फोकस ते ही इमेज बनदी। आपां पिछला कल वाला जिहड़ा केस सीगा अवतल दर्पण तो असीं ये डिस्कस कर चुके सीगे, ठीक है। तो इत्थे देखो एक होर चीज़ फिर डिस्कस कर देवां तुहानूं, अगर मैं FP 2 सेंटीमीटर लवांगी तो मैनू CP 4 सेंटीमीटर होएगा, मतलब यह जिन्नी आ यह हमेशा यह वाली लाइन उहदे हमेशा डबल होएगी। सो इनू असी बोलते हैं जी R और इनू असी बोलते हैं फोकस दूरी। सो क्लीयर। सो दिस इज़ फोकल लेंथ एंड दिस इज़ रेडियस ऑफ कर्वेचर। रेडियस ऑफ कर्वेचर हमेशा R तुहानूं सिखाया सी हमेशा 2 टाइम्स छोटे F दे हुंदा है। क्लीयर। सो इत्थे आपां प्रतिबिंब दे गुण करते हैं, की आया इहदा F ते आया, ठीक है, F ते बनिया इत्थे, ठीक है। सो बिंदु दे आकार दा बिल्कुल ही डॉट जिहा, ठीक है। सूरज अगर मैं इत्थे स्क्रीन लगा दा F ते तो बिल्कुल छोटा जिहा बिंदु दिखाई देगा। आभासी सिखाया सी कि जो दर्पण के पिछे बनेगा तो हमेशा ही आभासी हुंदा है और सीधा बनेगा। सीधा हुण सूरज है तो डॉट है तो तुसीं कहोगे मैम डॉट जिहड़ा आ डॉट ही लगेगा। जी बेटा डॉट ही लगेगा बट सीधा ही होएगा। क्लीयर। उस तो बाद इनू इंग्लिश असीं देखिए तो करैक्टरिस्टिक्स ऑफ इमेज की आए इस तरह के एट F यानी F ते टू द पॉइंट, ठीक है, यानी बिंदु के आकार दा, वर्चुअल आभासी ते इरैक्ट मतलब सीधा। तो सारिਆਂ ਨੂੰ क्लीयर होया केस है सिंपल ਉਹਦੇ वांग ही सीगा, ठीक है। बस ये फर्क है कि बैक साइड ते जाने है। नाउ ऑन मूविंग फर्दर, ठीक है, साडे कोल केस B आ गया। केस B कहता जद वस्तु P तो अनंत तक विचकार किते भी होवे, ठीक है, वैन एन ऑब्जेक्ट इज़ बिटवीन P एंड इनफिनिटी, ठीक है। सो किते भी होवे, वेट कर बेटा, किते भी होवे। क्लीयर। सो मतलब हुण इहदे च वक्खरे वक्खरे केसिस नहीं आने, जिहड़ा मर्जी केस ले लो अनंत वाला छड्ड के इह सारे वाली रिजल्ट सेम ही आउंदा आ, ठीक है। भावें C तो परे ले लो, भावें सॉरी C तो परे लै ही नहीं सकते बिकॉज क्योंकि ये हमेशा C इहदा दूसरी साइड ते आ और F इहदा पिछले साइड ते आ और हमेशा वस्तु अगे ही रहनी है, ठीक है। तो जिथे मर्जी वस्तु होए तो वो हमेशा ही उहदा रिजल्ट जिहड़ा वा इक्को ही होएगा। तुसीं भावें किते भी ड्रॉ करके देख लिओ, भावें अलगे करके देख लिओ, ठीक है। सो P ते अनंत दे विचकार वस्तु भावें लागे होवे दूर होवे, जिन्नी मर्जी डिस्टेंस रख लिओ इमेज जिहड़ी इसा ही आउणी है। सो इत्थे आपां ए दर्पण लिया, तुहानूं दस्सिया कि इहदा बैक साइड तो तुसीं ड्रॉ कर लोगे, ठीक है। सो ए जिहड़ी है असीं ऑब्जेक्ट लई, ठीक है। सो ऑब्जेक्ट तो देखो ए एक किरण गई इस तरह, ठीक है, पैरल आ मुख धुरे दे। सो मुख धुरे दे जिहड़ी पैरल रेज हुंदी आ ओह किद्दां जाएगी, इस तरह जाएगी कि सानूं लगेगा कि कित्थों पास कर दिया, फोकस चों, ठीक है। सो एक रे आपां सिੱਖੀ सीगी, आपां कलर बदल देंदे बेटा। एक रे आपां सिੱਖੀ सी कि जिहड़ी C चों पास कर दी, हुण इत्थों C चो जा रही है, मैनू एक्सटेंड करके दिखावा तो C चो ही जाएगी, ठीक है, तो C चो ही वापस आ रही है। क्लीयर। सो जड़ी रे C चो लंघदी आ वो C चो ही वापस, एक मिनट, यस ए देखो, ओके, वो C चो ही वापस आएगी। सो तुसी देखिया होएगा, इत्थे आपां होर कलर करके देखते, सो तुसी देखिया होएगा कि इस पॉइंट ते दोनों रेस जिहड़ियां ने इस पॉइंट ते दोनों रेस मीट कर रही ने, तो दोनों रेस मीट करन दे नाल इत्थे छोटा जिहा आकार दा सानू ए इमेज प्रतिबिंब दिखाई दिंदा, जबकि वस्तु जिहड़ी ऑब्जेक्ट आ दिस इज़ O फॉर ऑब्जेक्ट, दिस इज़ I फॉर इमेज। क्लीयर। सो आ ऑब्जेक्ट आ इमेज है। सो तुसी वेखो कि ऑब्जेक्ट का साइज़ अगर इन है तो इमेज का साइज़ इन्ना आ रहा, पर इमेज सीधी नज़र आ रही। सो आह केस केड़ा आया बेटा, ये ओ वाला केस आ जेड़े ए नाले ए वाला शीशा जड़ा होंदा है, जो ए कन्वेक्स मिरर आ, ये दर्पण जो आ ये साडी जिहड़ी गड्डियां दे साइड ते आपां लगाया हुंदा आ, इहनूं ड्राइविंग मिरर भी बोलदे आ, जिहदे तो पिछे आउण जाण वाले सारियां गड्डियां असीं वेखदे आ कि किहड़ी आ रही। तुसीं कदी वेखिआ कि पिछे अगर आपां मोटरसाइकिल ते तुसीं अपने या कार ते आपां जाने या बस च जाने ते पिछे जिहड़ी गड्डियां आ रहीआं ने ओह कदी पुट्ठियां दिखाई दिंदियां उल्टियां नहीं, कदी नहीं। सो उत्थे किहड़ा मिरर लगाया जांदा है, कन्वेक्स मिरर यानी उत्तल दर्पण लाया जांदा है, क्योंकि इस केस दे विच हमेशा प्रतिबिंब सीधा बनदा है और गड्डियां या बस कोई भी ना हमेशा ओडे साइज़ तो छोटी नज़र आती है। क्लीयर। सो ये गुण की है कि साडे कोल F ते P दे विचकार, इत्थों देखो इत्थे F ते P दे विचकार बनती पई आ, ठीक है, छोटा
छोटा साइज़ आ, आभासी यानी पिछे बनया वर्चुअल आ, रियल च नहीं मीट कीतियां और सीधा होया। सो इत्थे सेम अस पढ़ते हैं बिटवीन एफ एंड पी, डिमिनिश्ड मतलब छोटा और वर्चुअल मतलब आभासी और इरैक्ट मतलब सीधा। क्लीयर। सो बाकी तुसीं इहदे कोई भी इन वस्तु नूं भावें होर इत्थे लैके वेख लिओ, तुसीं थोड़ा एक होर केस करके देखो, थोड़ा जिहा इहनूं अगे ले लिओ जां बिल्कुल दर्पण दे लागे करके देखियो, फिर बना के देखियो। ठीक है, फिर भी यही केस बनना है। ठीक है, सो दिस वाज योर टूडेज टॉपिक। सो इनू चंगी तरह रिवाइज करना और इन्हों नोट भी